जिन्हां दा बच्चा एक जिम मालक सीगा और काम ना चलण करके लॉकडाउन के दौरान घर का खर्चा ना चला पाउण करके उस बच्चे ने खुदकुशी कर ली। वरिंदर कोहली उहदा नां सीगा। और मेरा इस परिवार को आउण दा मकसद, मेरा लुधियाना दे विच आउण दा मकसद ये सीगा कि ओहदी जिहड़ी मौत होई है वो कोई अजाई ना जावे, वो कोई सुसाइड नहीं है। ये सरकारी नीतियां, गलत नीतियां ते सरकारां वल्लों कीता गया एक कतल है। और पहली वारी अज मैं खुद अपने आप नूं बड़ा लाचार महसूस कर रहा कि किसी लिए कुछ कर नहीं पा रहा। ਉਹਦੇ मापे ਜਿਹੜੇ ਸੀਗੇ ਉਹਨਾਂ ਦਾ ਦੁੱਖ ਜਿਹੜਾ ਉਹ ਵੇਖਿਆ ਨਹੀਂ ਸੀ ਜਾ ਰਿਹਾ ਕਿ ਕਿਵੇਂ ਬੱਚਾ ਪਹਿਲਾਂ ਟ੍ਰੇਨਰ ਸੀਗਾ, ਪਹਿਲਾਂ ਉਹਨੇ ਆਪਣਾ ਸਰੀਰ ਜਿਹੜਾ ਬਣਾਇਆ, ਉਸ ਤੋਂ ਬਾਅਦ ਉਹ ਟ੍ਰੇਨਰ ਬਣਿਆ ਔਰ ਕਿੰਨੀ ਮਿਹਨਤ ਤੋਂ ਬਾਅਦ ਉਹਨੇ ਆਪਣਾ ਜਿਮ ਖੋਲਿਆ। ਇੱਥੇ ਮੈਂ ਜ਼ਮੀਨੀ ਹਾਲਾਤ ਤੇ ਜ਼ਮੀਨੀ ਹਕੀਕਤ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਕੋਈ ਵੀ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਹੈ, ਸਾਡੇ ਸਮਾਜ ਦੇ ਵਿੱਚ ਟੀਨਏਜ ਬੱਚੇ ਦੁਕਾਨਾਂ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਜਾਂ ਜਿਹੜੇ ਵੀ ਪ੍ਰੋਫੈਸ਼ਨ 'ਚ ਕੰਮ ਕਰਦੇ ਨੇ ਉਹਨਾਂ ਦੀ ਇੱਕ ਸੋਚ, ਇੱਕ ਮਨਸ਼ਾ ਹੁੰਦੀ ਹੈ, ਚਾਹੇ ਉਹ ਕਿਸੇ ਐਮਐਲਏ ਨਾਲ ਕੰਮ ਕਰਨ, ਚਾਹੇ ਕਿਸੇ ਐਮਪੀ ਨਾਲ ਕਰਨ, ਚਾਹੇ ਕਿਸੇ ਚੈਨਲ ਦੇ ਰਿਪੋਰਟਰ ਵਜੋਂ ਕਰਨ, ਚਾਹੇ ਕਿਸੇ ਦੁਕਾਨ ਦੇ ਉੱਤੇ ਕਰਨ। ਹਰ ਬੱਚੇ ਦੀ ਇਹ ਮਨਸ਼ਾ ਹੁੰਦੀ ਹੈ ਕਿ ਇੱਕ ਦਿਨ ਮੈਂ ਬਣਨਾ, ਚਾਹੇ ਉਹ ਐਮਪੀ ਹੈ, ਚਾਹੇ ਐਮਐਲਏ ਹੈ, ਚਾਹੇ ਉਹ ਕਿਸੇ ਚੈਨਲ ਦਾ ਮਾਲਕ ਹੈ, ਚਾਹੇ ਉਹ ਕੋਈ ਦੁਕਾਨ ਹੈ। ਇਸੇ ਤਰੀਕੇ ਬੱਚਾ ਪਹਿਲਾਂ ਟ੍ਰੇਨਿੰਗ ਦਿੰਦਾ ਰਿਹਾ ਔਰ ਹਾਲਾਤ ਇਹ ਬਣਦੇ ਨੇ ਕਿ ਜਦੋਂ ਕੋਈ ਬੱਚਾ ਕਿਸੇ ਦੁਕਾਨ ਤੇ ਕੰਮ ਕਰਦਾ ਉਹ ਆਪਣੀ ਸਾਰੀ ਜਵਾਨੀ ਉਸ ਕੰਮ ਦੇ ਵਿੱਚ ਲਾ ਦਿੰਦਾ। ਇਸ ਬੱਚੇ ਦੀ ਵੀ 37 ਸਾਲ ਉਮਰ ਸੀਗੀ। ਸਾਰੀ ਜਵਾਨੀ ਕੰਮ ਤੇ ਲਾ ਕੇ ਥੋੜੇ ਥੋੜੇ ਪੈਸੇ ਜੋੜਦਾ, ਜਿਹੜੇ ਮਰਜ਼ੀ ਪ੍ਰੋਫੈਸ਼ਨ 'ਚ ਹੋਵੇ। ਥੋੜੇ ਥੋੜੇ ਪੈਸੇ ਜੋੜਨ ਤੋਂ ਬਾਅਦ ਜਦੋਂ ਉਹਦੀ ਉਮਰ 35-40 ਸਾਲ ਦੇ ਕਰੀਬ ਹੁੰਦੀ ਆ, ਫਿਰ ਉਹ ਕੁਝ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ, ਕੁਝ ਬੈਂਕ ਤੋਂ ਲੈ ਕੇ ਜਾਂ ਪ੍ਰਾਈਵੇਟ ਤੌਰ ਦੇ ਉੱਤੇ ਕਰਜ਼ਾ ਲੈ ਕੇ ਫਿਰ ਉਹੋ ਜੀ ਦੁਕਾਨ ਪਾਉਂਦਾ। ਔਰ ਇਹੋ ਜਿਹੇ ਕਈ ਕੇਸ ਨੇ ਜਿਹੜੇ 23 ਮਾਰਚ ਪਿਛਲੇ ਤੋਂ ਲਾਕਡਾਊਨ ਚੱਲ ਰਿਹਾ ਉਸੇ ਬਾਰਡਰ ਲਾਈਨ ਦੇ ਉੱਤੇ ਖੜੇ ਨੇ ਕਿ ਜਿਨ੍ਹਾਂ ਨੇ ਕਈ ਕਰਜ਼ੇ ਲੈ ਕੇ ਕੰਮ ਸ਼ੁਰੂ ਕੀਤਾ ਸੀਗਾ ਔਰ ਐਟ ਏ ਟਾਈਮ ਜਿਹੜਾ ਬੰਦ ਹੋ ਗਿਆ ਔਰ ਸਰਕਾਰਾਂ ਵੱਲੋਂ ਕੋਈ ਸਹੂਲਤ ਨਹੀਂ ਦਿੱਤੀ ਗਈ। ਇਸ ਖੁਦਕੁਸ਼ੀ ਤੋਂ ਬਾਅਦ ਕਈ ਖੁਦਕੁਸ਼ੀਆਂ ਹੋਰ ਜਿਹੜੀਆਂ ਹੋਣੀਆਂ ਉਹਨੂੰ ਰੋਕਣ ਦਾ ਮਕਸਦ ਸੀਗਾ ਕਿ ਮੈਂ ਇਹਨਾਂ ਦੀ ਕੋਈ ਜ਼ਿਆਦਾ ਮਦਦ ਨਹੀਂ ਕਰ ਸਕਦਾ, ਪਰ ਫਿਰ ਵੀ ਸ਼ਾਇਦ ਸਰਕਾਰਾਂ ਨੂੰ ਅਕਲ ਆ ਜੇ ਬਿਮਾਰੀ ਦਾ ਕੋਈ ਇਲਾਜ ਨਹੀਂ ਲੱਭ ਰਿਹਾ ਤੇ ਕਾਰੋਬਾਰ ਚਲਾਉਣ ਦੇ ਤਰੀਕੇ ਤੇ ਦੱਸੇ ਜਾਣ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਹਿਣਾ ਕਿ ਇਸ ਟੱਬਰ ਦੇ ਹਾਲਾਤ ਵੇਖੋ, ਆਪਣੇ ਕੋ ਅਫਸਰ ਭੇਜੋ ਕਿ ਇਹਨਾਂ ਦੇ ਉੱਤੇ ਬੀਤ ਕੀ ਰਹੀ ਹੈ, ਜਿਨ੍ਹਾਂ ਦਾ 37 ਸਾਲ ਦਾ ਜਿਹੜਾ ਉਹ ਬੱਚਾ ਚਲੇ ਗਿਆ। ਟ੍ਰੇਨਰ ਤੋਂ ਬਾਅਦ ਉਹਨੇ ਆਪਣਾ ਜਿਮ ਬਣਾਇਆ ਸੀ। ਇੰਨੀ ਮਿਹਨਤ ਤੋਂ ਬਾਅਦ ਉਸ ਬੱਚੇ ਲਈ ਮੈਂ ਸ਼ਰਧਾਂਜਲੀ ਲਈ ਤੇ ਇਸ ਪਰਿਵਾਰ ਦੇ ਦੁੱਖ ਲਈ ਇਹ ਚਾਰ ਲੈਣਾ ਜ਼ਰੂਰ ਕਹੂੰਗਾ ਕਿ ਜ਼ਿੰਦਗੀ ਦੀ ਬਾਤ ਪਾ ਕੇ ਤੁਰ ਗਏ ਹੋ ਤੁਸੀਂ ਤੇ ਦਿਨ ਦਿਹਾੜੇ ਰਾਤ ਪਾ ਕੇ ਤੁਰ ਗਏ ਹੋ। ਉਮਰ ਦੇ ਅਗਲੇ ਪੜਾਅ ਨੂੰ ਇੱਕ ਇਹੀ ਸੱਖਣੇਪਨ ਦੀ ਸੌਗਾਤ ਪਾ ਕੇ ਤੁਰ ਗਏ ਹੋ। ਪਰ ਤਾਏ ਨੇ ਪਰਿੰਦੇ ਵੀ ਘਰਾਂ ਨੂੰ ਕਿਉਂ ਤੁਸੀਂ ਇੱਕ ਝਾਤ ਪਾ ਕੇ ਤੁਰ ਗਏ ਹੋ। ਦੁੱਖ ਤੇ ਪਹਿਲਾਂ ਹੀ ਬੜੇ ਸਨ ਜ਼ਿੰਦਗੀ ਨੂੰ, ਪਰ ਤੁਸੀਂ ਤੇ ਸਾਰਿਆਂ ਨੂੰ ਮਾਤ ਪਾ ਕੇ ਤੁਰ ਗਏ ਹੋ। ਉਹਦੇ ਬਾਪ ਦੀ ਕੱਲ ਮੈਂ ਇੰਟਰਵਿਊ ਸੁਣਦਾ ਸੀਗਾ। ਦੇਖੋ ਸਮਾਜਿਕ ਬੁਰਾਈਆਂ ਤੇ ਸਰਕਾਰਾਂ ਦੇ ਮੱਥੇ ਦੇ ਉੱਤੇ ਕਲੰਕ ਕੀ ਹੈ। ਉਹਦਾ ਬਾਪ ਵੀ ਇੰਟਰਵਿਊ 'ਚ ਕਹਿ ਰਹੇ ਸੀਗੇ ਕਿ ਠੇਕੇ ਖੁੱਲੇ ਨੇ, ਸਾਡੇ ਬੱਚਿਆਂ ਦੇ ਜਿਮ ਬੰਦ ਨੇ। ਮਤਲਬ ਇਸ ਤਰੀਕੇ ਤੁਸੀਂ ਸ਼ਰਾਬ ਨੂੰ ਤੁਸੀਂ ਬੜਾਵਾ ਦੇ ਰਹੇ ਹੋ, ਬਾਕੀ ਲੋਕਾਂ ਦਾ ਕਾਰੋਬਾਰ ਬੰਦ ਹੈ। ਇਹ ਸੁਸਾਈਡ ਨਹੀਂ ਹੈ, ਇਹ ਕਤਲ ਹੈ। ਉਸ ਬੱਚੇ ਲਈ ਮੈਂ ਕਹਾਂ, ਇਹ ਲੈਣਾ ਕਹਾਂ ਤੇ ਬਿਲਕੁਲ ਢੁੱਕਦੀਆਂ ਨੇ ਕਿ ਚਿਹਰਾ ਬਤਾ ਰਹਾ ਥਾ ਕਿ ਮਾਰਾ ਹੈ ਭੂਖ ਨੇ, चेहरा बता रहा था कि मारा है भूख ने, सब लोग कह रहे थे कि कुछ खा के मर गया। ये हालात ने। मैं पिछले साल दा रौला पा रहा सीगा कि कारोबार ना रोको, लोग डिप्रैशन दे विच चले जाणगे, लोग कर्जे दी मार हेठ ने, बैंकां व्याज नहीं छड्ड रहीआं, डबल उन्हां पिछले बंद दा भी व्याज ला के रख दिता। बिजली दे बिल जिहड़ी बिजली उन्हां वरती नहीं, सरकार भी लै रही है। सरकारी तौर दे उत्ते लोकां दे हक्कां दे उत्ते डाके वज रहे ने। तुसीं एक नहीं सुनी किसी ने भी। की कैप्टन अमरिंदर सिंह जी हुण उस मां दा पुੱਤ, उस पत्नी दा पति, उस बच्चे दा बाप जिहड़ा तुसीं मोड़ सकदे हो? इहदे तो इन्ना ही सबक लै लो कि जे कुछ बाकी खुल सकदा है उहनूं पहल दे आधार ते खोलना चाहिए। और मैं फिर बार-बार दोहरा रहा कि इस कगार दे उत्ते, इस बॉर्डर लाइन दे उत्ते कई परिवार खड़े ने जिन्हां ने अग्गों अगले आउण वाले समय दे विच खुदकुशियां करनियां ने। लोकां नूं पहिलां ही पछतावा हो रहा कि सरकार चुन के शायद असीं गलती कर ली है, असीं कर भी की सकदे हां। मैं लोकां नूं भी कहना कि हुण पछताउण दा की फायदा कि अब पछताए क्या होत जब चिड़िया चोगी खेत, बचिया की पंजाब दे विच कि जब चुना है उसे कतले आम का हुनर देखकर। कैप्टन अमरिंदर सिंह जी तुहानूं संबोधन होण लगा मैं कि जब चुना है उसे कतले आम का हुनर देखकर तो मायूस क्यों हो लाशों का शहर देखकर। लोकां दे कारोबार ठीक चल रहे सी। हुण मैं तुहानूं बेनती कर लगा
ਕਿ ਲੋਕਾਂ ਦੇ ਕਾਰੋਬਾਰ ਬੜੇ ਸਮੂਥਲੀ ਚੱਲ ਰਹੇ ਸੀਗੇ, ਲੋਕਾਂ ਦਾ ਕਾਰੋਬਾਰ ਸੈੱਟ ਸੀਗਾ, ਲੋਕ ਆਪਣੀ ਰੋਟੀ ਖਾ ਰਹੇ ਸੀਗੇ। ਤੁਹਾਡਾ ਸਿਸਟਮ ਜੇ ਕਰੋਨਾ ਦੀ ਬਿਮਾਰੀ ਆ ਗਈ ਤੇ ਇਹਦੇ ਵਿੱਚ ਸਾਡੇ ਲੋਕਾਂ ਦਾ ਕੀ ਕਸੂਰ ਸੀਗਾ? ਇਹਨੂੰ ਲੋਕ ਕਰੋਨਾ ਨੂੰ ਲੈ ਕੇ ਆ ਰਹੇ। ਤੁਹਾਡੇ ਕੋਲ ਮੈਡੀਕਲ ਦਾ ਸਿਸਟਮ ਹੀ ਨਹੀਂ ਠੀਕ। ਬਾਕੀ ਸਾਰੇ ਦੇਸ਼ ਖੁੱਲ ਰਹੇ ਨੇ, ਸਾਡਾ ਦੇਸ਼ ਜਿਹੜਾ ਪਛੜ ਗਿਆ। ਤੁਹਾਡੀ ਗਲਤੀ, ਤੁਹਾਡੇ ਕੋਲ ਸਿਸਟਮ ਹੀ ਨਹੀਂ, ਨਾ ਆਕਸੀਜਨ, ਨਾ ਟੀਕੇ, ਨਾ ਦਵਾਈਆਂ, ਕੁਝ ਵੀ ਨਹੀਂ ਹੈਗਾ। ਤੇ ਉਸ ਗਲਤੀ ਦਾ ਨਤੀਜਾ ਅਸੀਂ ਲੋਕ ਕਿਉਂ ਭੁਗਤ ਰਹੇ ਹਾਂ? ਅਸੀਂ ਲੋਕ ਕਿਉਂ ਆਪਣੇ ਕੰਮ ਬੰਦ ਕਰਕੇ ਬੈਠੇ ਹਾਂ? ਤੇ ਜੇ ਤੁਹਾਨੂੰ ਬਿਮਾਰੀ ਨਾਲ ਲੜਨ ਲਈ ਸਿਰਫ ਲਾਕਡਾਊਨ ਹੀ ਹੱਲ ਦਿਸਦਾ ਹੈ ਤੇ ਫਿਰ ਤੁਹਾਨੂੰ ਲੋਕਾਂ ਨੂੰ ਕੰਪਨਸੇਟ ਕਰਨਾ ਚਾਹੀਦਾ ਸੀਗਾ। ਉਹਨਾਂ ਦਾ ਜਿਹੜਾ ਬਣਦਾ ਉਹ ਮੁਆਵਜ਼ਾ ਦੇਣਾ ਚਾਹੀਦਾ ਸੀਗਾ। ਬਿਮਾਰੀ ਤੁਹਾਡੇ ਕੋਲੋਂ ਜਾ ਨਹੀਂ ਰਹੀ, ਸਾਧਨ ਤੁਹਾਡੇ ਕੋਲ ਹੈ ਨਹੀਂ ਬਿਮਾਰੀ ਨਾਲ ਲੜਨ ਨੂੰ। ਹੱਲ ਇਹਦਾ ਲੱਭਣ ਦਾ, ਕੋਈ ਖੋਲਣ ਦਾ ਲੱਭੋ। ਨਾਦਰਸ਼ਾਹੀ ਫਰਮਾਨ ਨਾ ਜਾਰੀ ਕਰ ਦਿਆ ਕਰੋ ਕਿ ਅੱਜ 3 ਵਜੇ ਤੱਕ ਖੁੱਲਾ, ਅੱਜ ਇੰਨੀ ਦੇਰ ਤੱਕ ਬੰਦ ਰਹੂਗਾ। ਇਹਦੇ ਨਾਲ ਲੋਕਾਂ ਦੀ ਰੋਜੀ ਰੋਟੀ ਕਿੱਦਾਂ ਚੱਲਣੀ ਹੈ? ਕਿੰਨੀ ਦੇਰ ਤੱਕ ਲੋਕ ਹੋਰ ਜਿਹੜਾ ਬੰਦ ਰੱਖ ਸਕਦੇ ਨੇ? 1 ਸਾਲ ਤੋਂ ਉੱਪਰ ਹੋ ਗਿਆ ਲੋਕਾਂ ਦੇ ਕਾਰੋਬਾਰ ਬੰਦ ਹੋਏ ਨੂੰ। ਅੱਜ ਜਿਮ ਵਾਲੇ ਨੇ ਸੁਸਾਈਡ ਕੀਤਾ। ਇਸ ਤਰ੍ਹਾਂ ਕਈ ਪ੍ਰੋਫੈਸ਼ਨ ਦੇ ਲੋਕ, ਕਈ ਜਿਹੜੇ ਬੱਚਿਆਂ ਨੇ ਰੈਸਟੋਰੈਂਟ ਸ਼ੁਰੂ ਕੀਤੇ ਸੀ, ਜਿਨ੍ਹਾਂ ਛੋਟੇ-ਛੋਟੇ ਕਾਰੋਬਾਰ ਸ਼ੁਰੂ ਕੀਤੇ ਸੀ, ਪ੍ਰਾਈਵੇਟ ਟੀਚਰ, ਹੋਰ ਇਸੇ ਤਰੀਕੇ ਦੇ ਕਾਰੋਬਾਰ, ਉਹਨਾਂ ਕੋਲ ਹੱਲ ਕੀ ਬਚਦਾ ਸਿਵਾਏ ਖੁਦਕੁਸ਼ੀ ਕਰਨ ਤੋਂ ਤੇ ਸਿਵਾਏ ਰੋਣ ਤੋਂ? ਗਰੀਬ ਬੰਦਾ ਕਰ ਕੀ ਸਕਦਾ ਕਿ ਬਸ ਇਹਨਾਂ ਦਾ ਵਸ ਨਹੀਂ ਉਹ ਚੱਲਦਾ? ਕੀ ਇਹਨਾਂ ਦਾ ਹੋਣਾ? ਗਰੀਬ ਬੰਦੇ ਦਾ ਵੀ ਕੋਈ ਹੋਣਾ ਸਮਾਜ ਦੇ ਵਿੱਚ ਕਿ ਬਸ ਇਹਨਾਂ ਦਾ ਵਸ ਨਹੀਂ ਉਹ ਚੱਲਦਾ? ਕੀ ਇਹਨਾਂ ਦਾ ਹੋਣਾ? ਮਾੜੇ ਦਾ ਕੀ ਜ਼ੋਰ ਮਹਮਦਾ, ਨੱਸ ਜਾਣਾ ਜਾਂ ਰੋਣਾ ਅਸੀਂ ਲੋਕ ਰੋ ਹੀ ਸਕਦੇ ਹਾਂ। ਜੇ ਤੁਸੀਂ ਸਾਨੂੰ ਕੁੱਟਦੇ ਹੋ ਤੇ ਭੱਜ ਕੇ ਘਰਾਂ 'ਚ ਵੜ ਸਕਦੇ ਹਾਂ। ਕਰ ਕੀ ਸਕਦੇ ਹਾਂ? ਸਾਡੇ ਲਈ ਸੋਚਣਾ ਤੁਹਾਡਾ ਫਰਜ਼ ਹੈ, ਤੁਹਾਡਾ ਸਰਕਾਰਾਂ ਦਾ, ਮੋਦੀ ਸਾਹਿਬ ਦਾ, ਕੈਪਟਨ ਅਮਰਿੰਦਰ ਸਿੰਘ ਦਾ, ਪੰਜਾਬ ਦਾ ਨੌਜਵਾਨ। ਅੱਜ ਹਾਲਾਤ ਦੇਖੋ ਕੀ ਬਣੇ ਨੇ। ਪੰਜਾਬ ਦਾ ਨੌਜਵਾਨ ਜਵਾਨੀ ਜਿਹੜੀ ਆਪਣੀ ਬਚਾਉਣ ਲਈ ਤੁਹਾਡੇ ਅੱਗੇ ਝੋਲੀ ਅੱਡ ਕੇ ਭੀਖ ਮੰਗ ਰਿਹਾ, ਭੀਖ ਕਿ ਸਾਡੀ ਜਵਾਨੀ ਬਚਾ ਦਿਓ, ਸਾਨੂੰ ਕਸਰਤ ਕਰ ਲੈਣ ਦਿਓ। ਇੱਕ ਨਸ਼ੇੜੀ ਦਾ ਸਰੀਰ ਜਿੰਨੇ ਜ਼ੋਰ ਨਾਲ ਨਸ਼ਾ ਮੰਗਦਾ ਨਾ, ਜਿੰਨੀ ਉਹਨੂੰ ਤੋਟ ਵੱਜਦੀ ਹੈ, ਤੇ ਉਹਨੇ ਜ਼ੋਰ ਨਾਲ ਹੀ ਜਿਮ ਜਾਣ ਵਾਲੇ ਬੱਚੇ ਦਾ, ਆਪਣੀ ਸਿਹਤ ਦਾ ਧਿਆਨ ਰੱਖਣ ਵਾਲੇ ਬੰਦੇ ਦਾ, ਉਹਦਾ ਸਰੀਰ ਵੀ ਉਹਨੇ ਜੋਸ਼ ਨਾਲ, ਉਹਨੇ ਜ਼ੋਰ ਨਾਲ ਉਹ ਕਸਰਤ ਮੰਗਦਾ ਜਿਹੜੀ ਤੁਸੀਂ ਲੋਕਾਂ ਨੇ ਬੰਦ ਕਰ ਦਿੱਤੀ। ਪਰ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਇਹਦੇ ਉੱਤੇ ਜ਼ੋਰ ਨਹੀਂ ਲਾਇਆ ਕਿ ਲੋਕਾਂ ਦੇ ਕਾਰੋਬਾਰ ਖੁੱਲਣ। ਸਾਰੀਆਂ ਸਰਕਾਰਾਂ ਨੇ ਜਿਹੜਾ ਜ਼ੋਰ ਹੈ, ਸਾਡੀ ਸਰਕਾਰ ਨੇ ਉਹ ਸਾਰਾ ਜ਼ੋਰ ਜਿਹੜਾ ਨਸ਼ੇੜੀਆਂ ਨੂੰ, ਜਿਹੜਾ ਘਰ ਘਰ ਨਸ਼ਾ ਪਹੁੰਚਾਉਣ ਦੇ ਉੱਤੇ ਲਾ ਦਿੱਤਾ। ਉਹ ਫੈਸਿਲਿਟੀਆਂ ਤੁਸੀਂ ਪੂਰੀਆਂ ਦੇ ਕੇ ਰੱਖੀਆਂ। 1 ਸਾਲ, ਇੱਕ ਦਿਨ ਵੀ ਸ਼ਰਾਬ ਦੇ ਠੇਕੇ ਬੰਦ ਨਹੀਂ ਹੋਏ, ਇੱਕ ਦਿਨ ਵੀ ਕਿਸੇ ਨੂੰ ਸ਼ਰਾਬ ਦੀ ਕਮੀ ਨਹੀਂ ਆਈ ਜਿਹਦੇ ਕੋਲ ਪੈਸੇ ਨੇ। ਪਰ ਤੁਸੀਂ ਦੇਖੋ ਜਿਹੜੇ ਕਾਰੋਬਾਰ ਕਰਨ ਵਾਲੇ ਸੀਗੇ, ਆ ਜਿਮ ਵਾਲੇ, ਇਸ ਤਰ੍ਹਾਂ ਦੇ ਕਈ ਹੋਰ ਲੋਕ, ਛੋਟੇ-ਛੋਟੇ ਕਾਰੋਬਾਰੀ, ਉਹ ਡਿਪਰੈਸ਼ਨ ਦੇ ਨਾਲ ਸੁਸਾਈਡ ਕਰ ਰਹੇ ਨੇ। ਇਹਦੇ ਸੁਸਾਈਡ ਤੋਂ ਹੀ ਕੋਈ ਅਕਲ ਕਰ ਲਓ। ਮੈਂ ਤੁਹਾਨੂੰ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਵਾਂ, ਹੁਣ ਹੀ ਖੋਲ ਲਓ ਕੁਛ ਨਾ ਕੁਛ ਕਿ ਦੇਖੋ ਕਿ ਪੰਜਾਬ ਦੇ ਵਿੱਚ ਨਸ਼ਾ ਤੁਸੀਂ ਇਸ ਲਾਕਡਾਊਨ 'ਚ ਵੀ ਇੰਨਾ ਪ੍ਰਫੁੱਲਤ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਦਿਲ ਕਹਿੰਦਾ ਕਿ ਪੰਜਾਬ ਦੇ ਵਿੱਚ ਕਬੱਡੀ ਮੁਕਾਬਲੇ ਨਹੀਂ, ਕੁਸ਼ਤੀਆਂ ਨਹੀਂ ਹੋਣਗੀਆਂ, ਸ਼ਰਾਬ ਦੇ ਮੁਕਾਬਲੇ ਹੋਇਆ ਕਰਨਗੇ। ਔਰ ਗੁੱਸਾ ਨਾ ਕਰਿਓ, ਉਹਦੇ ਜੱਜ ਕੈਪਟਨ ਅਮਰਿੰਦਰ ਸਿੰਘ ਤੇ ਜਿਹੜੇ ਕੋਚ ਨੇ ਉਹ ਰਾਣੇ ਸੋਢੀ ਵਰਗੇ ਜਿਹੜੇ ਸ਼ਰਾਬ ਦੀਆਂ ਫੈਕਟਰੀਆਂ ਚਲਾਉਂਦੇ ਨੇ, ਉਹ ਹੋਇਆ ਕਰਨਗੇ। ਹਾਲਾਤ ਕੀ ਬਣੇ ਨੇ ਅੱਜ ਪੰਜਾਬ ਦੇ ਕਿ ਪਿੱਪਲੀ ਦਿਆ ਪੱਤਿਆ ਓਏ ਜਿੰਦ ਹੌਕੇ ਭਰਦੀ ਆ, ਪਿੱਪਲੀ ਦਿਆ ਪੱਤਿਆ ਓਏ ਜਿੰਦ ਹੌਕੇ ਭਰਦੀ ਐ। ਨਸ਼ਾ ਵੇਚਣ ਵਾਲੇ ਮਾਲੋ ਮਾਲ ਤੇ ਮਿਹਨਤ ਕਰਨ ਵਾਲੀ ਦੁਨੀਆ ਭੁੱਖੀ ਮਰਦੀ ਐ। ਇਹ ਹਾਲਾਤ ਨੇ। ਠੇਕੇ ਖੁੱਲੇ ਤੇ ਜਿਮ ਬੰਦ, ਮਤਲਬ ਨਸ਼ੇੜੀ ਬਣੋ, ਅਨਪੜ੍ਹ ਰਹੋ ਤੇ ਸਾਡੇ ਕੋਲੋਂ ਸਵਾਲ ਨਾ ਕਰੋ। 150 ਮੌਤਾਂ ਜਾਲੀ ਸ਼ਰਾਬ ਦੇ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੋਈਆਂ, ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ ਦੇ ਵਿੱਚ। ਔਰ ਕੱਲ ਮੈਂ ਤੁਹਾਨੂੰ ਦੱਸਾਂ, ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤੁਹਾਡੇ ਐਕਸਾਈਜ਼ ਵਾਲਿਆਂ ਨੇ ਸ਼ਰਾਬ ਦੇ ਠੇਕਿਆਂ ਤੋਂ, ਤੁਹਾਡੇ ਝੇਤਿਆਂ ਤੋਂ ਐਕਸਪਾਇਰੀ ਡੇਟ ਦੇ ਭੰਡਾਰ ਫੜੇ ਸ਼ਰਾਬ ਤੇ ਬੀਅਰਾਂ ਦੇ, ਪਰ ਕੋਈ ਕਾਰਵਾਈ ਨਹੀਂ। ਸ਼ਰਾਬ ਜ਼ਬਤ ਕਰ ਲਈ, ਉਹਨਾਂ ਲੋਕਾਂ ਦੇ ਉੱਤੇ ਇਰਾਦਾ ਕਤਲ ਦਾ ਪਰਚਾ ਕਿਉਂ ਨਹੀਂ ਦਰਜ ਕੀਤਾ ਗਿਆ? ਕਿ 150 ਮੌਤ ਤੋਂ ਬਾਅਦ ਵੀ ਅਕਲ ਨਹੀਂ ਆਈ? ਸਰਕਾਰ ਦੀ ਸਮਝ ਨਹੀਂ ਆਉਂਦੀ ਕਿ ਤੁਸੀਂ ਇੰਨਾ ਜਿਹੜਾ ਬੜਾਵਾ, ਇੰਨਾ ਜਿਹੜਾ ਪ੍ਰਫੁੱਲਤ ਸ਼ਰਾਬ ਦੇ ਨਸ਼ੇ ਵੇਚਣ ਵਾਲਿਆਂ ਨੂੰ ਕਿਉਂ ਮਤਲਬ ਤੁਸੀਂ ਕਰ ਰਹੇ ਹੋ? ਸ਼ਰਾਬ ਦੇ ਉੱਤੇ ਇੰਨਾ ਜ਼ੋਰ ਕਿਉਂ ਲਾ ਰਹੇ ਹੋ? ਕੀ ਇਹਦੇ ਪਿੱਛੇ ਸਾਜ਼ਿਸ਼ ਹੈ? ਮੈਂ ਤੇ ਸਮਝਦਾ ਤੁਹਾਡੀ ਕੀ ਸਾਜ਼ਿਸ਼ ਹੈ, ਪਰ ਆਮ ਬੰਦਾ ਨਹੀਂ ਸਮਝ ਸਕਦਾ, ਲੋਕੀ ਨਹੀਂ ਸਮਝ ਸਕਦੇ। ਇਸ ਲਈ ਮੈਂ ਲੋਕਾਂ ਨੂੰ ਜਾਗਰੂਕ ਕਰਦਾ ਰਹਿਣਾ। ਇੱਕ ਪਾਸੇ ਤੇ ਤੁਸੀਂ ਕਹਿੰਦੇ ਹੋ, ਤੁਹਾਡੀ ਬੜੀ ਐਡ ਚੱਲਦੀ ਹੈ ਕੇਂਦਰ ਸਰਕਾਰ ਦੀ ਵੀ ਤੇ ਤੁਹਾਡੀ ਵੀ, ਕਿ ਕਰੋਨਾ ਸੇ ਲੜਨਾ ਹੈ, ਕਰੋਨਾ ਤੋਂ ਡਰਨਾ ਨਹੀਂ। ਦੂਜੇ ਪਾਸੇ ਸਰੀਰਕ ਕਸਰਤ ਦੇ ਨਾਲ ਦੋ ਹੀ ਤਰੀਕੇ ਨੇ। ਤੁਸੀਂ ਕਹਿੰਦੇ ਹੋ ਸਾਰੀਆਂ ਸਰਕਾਰਾਂ, WHO ਇਹ ਕਹਿੰਦਾ ਕਿ ਇਮਿਊਨਿਟੀ ਸਿਸਟਮ ਜਿਸ ਬੰਦੇ ਦਾ ਸਟਰੋਂਗ ਹੈ
ਉਹਦੇ ਉੱਤੇ ਕਰੋਨਾ ਜਿਹੜਾ ਉਹ ਘੱਟ ਵਾਰ ਕਰਦਾ। ਲਓ ਇਮਿਊਨਿਟੀ ਸਿਸਟਮ ਮੈਨੂੰ ਤਰੀਕੇ ਦੱਸੋ। ਜਾਂ ਤੇ ਚੰਗੀ ਡਾਈਟ ਹੋਵੇ, ਤੇ ਚੰਗੀ ਡਾਈਟ ਦੇ ਵਿੱਚ ਆਉਂਦੇ ਨੇ ਮਹਿੰਗੇ ਫਰੂਟ, ਇਹੋ ਜਿਹੇ ਫਰੂਟ ਜਿਹੜੇ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਨੇ। ਉਹ ਡਾਈਟ ਤੇ ਉਹ ਬੰਦਾ ਉਦੋਂ ਫੋਲੋ ਕਰ ਸਕਦਾ ਜਦੋਂ ਉਹਦਾ ਕਾਰੋਬਾਰ ਬਹੁਤ ਪ੍ਰਫੁੱਲਤ ਹੋਵੇ। ਤੇ ਦੂਜਾ ਜਿਹੜਾ ਉਹਦਾ ਤਰੀਕਾ ਹੈ ਉਹ ਸਰੀਰਕ ਕਸਰਤ ਦਾ ਹੈ। ਉਹ ਬੰਦੇ ਜਿਮ ਜਾ ਕੇ ਜਾਂ ਸਰੀਰਕ ਕਸਰਤ ਕਰਨ ਕਿਤੇ ਖਾੜਿਆਂ ਦੇ ਵਿੱਚ, ਤੇ ਫਿਰ ਆਪਣਾ ਇਮਿਊਨਿਟੀ ਸਿਸਟਮ ਜਿਹੜਾ ਸਟਰੋਂਗ ਕਰ ਸਕਦੇ ਨੇ। ਇਹਦੇ ਨਾਲ ਤੁਸੀਂ ਕੀ ਕੀਤਾ, ਜਿਮ ਬੰਦ ਕਰ ਦਿੱਤੇ। ਬੱਚੇ ਜਿਹੜੇ ਉਹ ਕਿੱਥੇ ਜਾ ਕੇ ਕਸਰਤ ਕਰਨ। ਤੇ ਜੇ ਕਰੋਨਾ ਨਾਲ ਲੜਨਾ ਹੈ ਤੇ ਇਸੇ ਤਰੀਕੇ ਲੜਿਆ ਜਾ ਸਕਦਾ। ਹੋਰ ਕਿਹੜੇ ਡੰਡੇ ਜਾਂ ਤਲਵਾਰਾਂ ਨਾਲ ਕਰੋਨਾ ਵਾਇਰਸ ਨੂੰ ਭਜਾ ਲਈਏ। ਦੂਜੀ ਚੀਜ਼, ਤੁਸੀਂ ਜਿਮ ਦੇ ਉੱਤੇ ਪਾਬੰਦੀ ਲਾਈ। ਮੈਂ ਅਪੀਲ ਕਰਦਾ ਜਿਮ ਖੋਲੋ, ਕਿ ਜਿਮ ਵਾਲਾ ਬੰਦਾ ਜਿਹੜਾ ਉਹ ਵਧੀਆ ਰੂਲ ਫੋਲੋ ਕਰਦਾ ਹੈ, ਵਧੀਆ ਡਾਈਟ ਫੋਲੋ ਕਰਦਾ ਹੈ, ਕੋਈ ਫालतू ਚੀਜ਼ ਨਹੀਂ ਖਾਂਦਾ। ਉਹਨਾਂ ਲੋਕਾਂ ਨੂੰ ਪਤਾ ਹੁੰਦਾ ਮੈਂ ਕਿੱਦਾਂ ਰਹਿਣਾ, ਕਿੱਦਾਂ ਖਾਣਾ, ਕੀ ਪੀਣਾ। ਉਹਦੇ ਉਲਟ ਸ਼ਰਾਬ ਪੀ ਕੇ ਕੋਈ ਵੀ ਬੰਦਾ ਜਿਹੜਾ ਰੂਲ ਫੋਲੋ ਨਹੀਂ ਕਰਦਾ। ਕਦੀ ਕੋਈ ਨਸ਼ੇੜੀ ਨਸ਼ੇ ਦੇ ਲੋਰ ਦੇ ਵਿੱਚ ਮਾਸਕ ਪਾ ਸਕਦਾ, ਕਦੀ ਉਹ ਕੋਈ ਰੂਲ ਫੋਲੋ ਕਰ ਸਕਦਾ ਕਿ ਮੈਨੂੰ ਇੱਥੋਂ ਵਾਇਰਸ ਨਾ ਆਵੇ। ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਜਿਨ੍ਹਾਂ ਲੋਕਾਂ ਨੇ ਸਮਾਜ ਨੂੰ ਬਚਾਉਣਾ, ਜਿਨ੍ਹਾਂ ਨੇ ਸੇਧ ਦੇਣੀ ਆ, ਵਰਿੰਦਰ ਵਰਗਿਆਂ ਨੇ ਬੱਚਿਆਂ ਨੂੰ ਤੰਦਰੁਸਤ ਬਣਾ ਕੇ ਉਹਨਾਂ ਲੋਕਾਂ ਨੂੰ ਤੇ ਸੁਸਾਈਡ ਕਰਨ ਲਈ ਮਜਬੂਰ ਕਰ ਦਿੱਤਾ। ਹਾਲਾਤ ਕੀ ਹੈ, ਲੜਨਾ ਫਿਰ ਕਿਵੇਂ ਆ ਕਰੋਨਾ ਨਾਲ। ਟੀਕੇ ਤੁਹਾਡੇ ਕੋਲ ਨਹੀਂ, ਆਕਸੀਜਨ ਤੁਹਾਡੇ ਕੋਲ ਨਹੀਂ, ਹਸਪਤਾਲਾਂ ਦਾ ਤੁਹਾਡਾ ਮੰਦਾ ਹਾਲ ਹੈ, ਦਵਾਈ ਕਿਤੇ ਮਿਲ ਨਹੀਂ ਰਹੀ। ਫਿਰ ਮੈਂ ਉਹ ਗੱਲ ਕਰਦਾ ਵੀ ਲੜਨਾ ਕਿੱਦਾਂ ਕਰੋਨਾ ਨਾਲ, ਕਿਹੜਾ ਤਰੀਕਾ ਹੈ, ਕਿਹੜੇ ਡੰਡੇ ਦੇ ਨਾਲ ਕਰੋਨਾ ਨੂੰ ਭਜਾ ਦਈਏ। ਜੇ ਕੰਮ ਨਹੀਂ ਵਧੀਆ ਚੱਲਣਾ, ਲੋਕ ਖਾ ਪੀ ਨਹੀਂ ਸਕਣਗੇ, ਕਰੋਨਾ ਨਾਲ ਨਹੀਂ ਲੜਿਆ ਜਾ ਸਕਦਾ। ਤੇ ਜੇ ਤੁਹਾਡੇ ਕੋਲ ਸਾਧਨ ਨਹੀਂ ਹੈਗੇ ਕਰੋਨਾ ਨਾਲ ਲੜਨ ਲਈ ਕੈਪਟਨ ਸਾਹਿਬ, ਤੇ ਫਿਰ ਸਾਨੂੰ ਸਾਡੇ ਹਾਲਾਤ ਤੇ ਛੱਡ ਦਿਓ। ਅਸੀਂ ਜੀਏ, ਅਸੀਂ ਮਰੀਏ, ਕਮ ਸੇ ਕਮ ਅਸੀਂ ਭੁੱਖੇ ਤਾਂ ਨਾ ਮਰੀਏ। ਅਸੀਂ ਕਰੋਨਾ ਨਾਲ ਮਰਨ ਨੂੰ ਤਿਆਰ ਆ। ਅਸੀਂ ਸੁਸਾਈਡ ਨਹੀਂ ਕਰਨਾ ਚਾਹੁੰਦੇ। ਮੈਂ ਆਪਣੇ ਬੱਚਿਆਂ ਨੂੰ, ਪੰਜਾਬ ਦਿਆਂ ਨੂੰ ਸੁਸਾਈਡ ਨਹੀਂ ਕਰਨ ਦੇਣਾ ਚਾਹੁੰਦਾ। ਹੱਲ ਕੀ ਪੁੱਛੀਏ। ਨਾਲੇ ਤੁਹਾਡੇ ਨਾਲ ਮੈਂ ਇੰਨੀ ਵਾਰੀ ਬੋਲਦਾ, ਮੱਥਾ ਮਾਰਦਾ, ਅਸਰ ਵੀ ਕਰੋ ਕਿਸੇ ਨਾ ਕਿਸੇ ਗੱਲ ਤੇ। ਜ਼ਮੀਨੀ ਹਕੀਕਤ ਵੇਖੋ। ਉੱਥੇ ਅਫਸਰਾਂ ਕੋ ਰਿਪੋਰਟਾਂ ਨਾ ਲਓ, ਆਪਣੇ ਡੀਸੀਜ਼ ਐਸਐਸਪੀ ਕੋ ਰਿਪੋਰਟਾਂ ਨਾ ਲਓ, ਐਸਡੀਐਮ ਕੋਲੋਂ। ਪੰਜਾਬ ਸਾਰੇ ਦਾ ਦੌਰਾ ਕਰੋ। ਨਹੀਂ ਕਰ ਸਕਦੇ ਤੇ ਜ਼ਮੀਨੀ ਵੀਡੀਓ ਕਾਨਫਰੰਸਿੰਗ ਰਾਹੀਂ ਬਾਕੀ ਲੋਕਾਂ ਦੇ ਹਾਲਾਤਾਂ ਤੋਂ ਜਾਣੂ ਹੋਵੋ। ਇਸ ਪਰਿਵਾਰ ਨਾਲ ਵੀਡੀਓ ਕਾਨਫਰੰਸ ਕਾਲ ਕਰੋ। ਇਹਨਾਂ ਕੋ ਤੁਹਾਡੇ ਗੱਲ ਥੋੜੀ ਪੈ ਜਾਣਾ। ਤੁਹਾਨੂੰ ਦੁੱਖ ਦੱਸਣਗੇ, ਤੁਹਾਨੂੰ ਆਪਣਾ ਲਾਚਾਰੀ ਦੱਸਣਗੇ, ਤੇ ਜੇ ਇਹਨਾਂ ਦੀ ਕੁਝ ਮਦਦ ਕਰ ਸਕਦੇ ਹੋਏ ਤੇ ਕਰਿਓ। ਨਹੀਂ ਕਰ ਸਕਦੇ ਤੇ ਮੈਂ ਤੇ ਉਸ ਪਰਿਵਾਰ ਨੂੰ ਪੁੱਛ ਕੇ ਆਇਆ ਕਿ ਜੇ ਕਿਤੇ ਤੁਹਾਡੇ ਕੰਮ ਆ ਸਕਦਾ ਹੋਇਆ ਮਨਦੀਪ ਸਿੰਘ ਮੰਨਾ ਤੇ ਜ਼ਰੂਰ ਆਉਂਗਾ। ਕੀ ਫਾਇਦਾ ਇੱਕ ਮੁੱਖ ਮੰਤਰੀ ਨਾਲ ਮੱਥਾ ਮਾਰਨ ਦਾ, ਕੀ ਫਾਇਦਾ। ਮੈਂ ਲੋਕਾਂ ਨੂੰ ਵੀ ਕਹਿਣਾ, ਜੇ ਕੈਪਟਨ ਅਮਰਿੰਦਰ ਸਿੰਘ ਇਹਦੇ ਤੇ ਗੌਰ ਨਹੀਂ ਫਰਮਾਉਂਦੇ ਤੇ ਫਿਰ ਸਾਡਾ ਹਾਲ ਕੀ ਹੈ। ਫਿਰ ਅਸੀਂ ਜਾਣਾ ਕਿੱਥੇ ਹੈ, ਕਿਹਦੇ ਕੋਲੋਂ ਸਵਾਲ ਪੁੱਛੀਏ। ਸਾਡਾ ਤੇ ਜਨਤਾ ਦਾ ਉਹ ਹਾਲ ਹੈ ਜਿਹੜੇ ਅਸੀਂ ਤੁਹਾਨੂੰ ਸਵਾਲ ਕਰਦੇ ਆ, ਤੁਹਾਨੂੰ ਸਲਾਹਾਂ ਦਿੰਦੇ ਆ ਕਿ ਬਾਰੂਦ ਕੇ ਢੇਰ पे बैठी हुई है दुनिया, बारूद के ढेर पे बैठी हुई है दुनिया, शोलों से हिफाजत का हुनर पूछ रही है। ਤੁਹਾਡੇ ਕੋਲੋਂ ਅਸੀਂ ਹੁਨਰ ਪੁੱਛ ਰਹੇ ਆ ਬਚਨ ਦਾ, ਜਿੰਨਾ ਸਾਨੂੰ ਉਡਾਉਣ ਦਾ ਤਰੀਕਾ ਫੜਿਆ ਆ ਕਿ ਕਦੀ ਕਰੋਨਾ ਦੇ ਨਾਂ ਤੇ ਮਾਰ ਦਿਓ, ਕਦੀ ਭੁੱਖਮਰੀ ਦੇ ਨਾਂ ਤੇ ਮਾਰ ਦਿਓ। ਤੁਹਾਨੂੰ ਸਿਰਫ ਤਗੜੇ ਲੋਕ ਦਿਸਦੇ ਨੇ। ਅੱਜ ਵੀ ਮੈਨੂੰ ਇੱਥੋਂ ਪਤਾ ਲੱਗਾ ਕਿ ਵੱਡੀਆਂ ਇੰਡਸਟਰੀਜ਼ ਜਿਨ੍ਹਾਂ ਦੇ ਵਿੱਚ ਹਜ਼ਾਰ ਬੰਦਾ ਕੰਮ ਕਰਦਾ, ਉਹ ਫੁੱਲ ਸਪੀਡ ਚੱਲ ਰਹੀਆਂ ਨੇ। ਛੋਟੇ ਕਾਰੋਬਾਰੀ ਜਿਨ੍ਹਾਂ ਕੋਲ ਕੋਈ ਪੋਲੀਟੀਕਲ ਅਪਰੋਚ ਨਹੀਂ ਹੈ, ਬਿਊਰੋਕਰੇਟਸ ਦੇ ਵਿੱਚ ਉਹਨਾਂ ਦੀ ਅਪਰੋਚ ਨਹੀਂ ਹੈ, ਉਹਨਾਂ ਲੋਕਾਂ ਨੂੰ ਪਰਚੇ ਤੇ ਡੰਡੇ ਦਾ ਡਰਾਵਾ ਦੇ ਕੇ ਉਹਨਾਂ ਦੇ ਕਾਰੋਬਾਰ ਬੰਦ ਨੇ। ਵੱਡੇ ਲੋਕ ਤੁਹਾਨੂੰ ਦਿਸਦੇ ਨੇ। ਮੈਂ ਤੁਹਾਨੂੰ ਹੀ ਕਹਿਣ ਲੱਗਾ ਕਿ ਸਾਰ ਮਿਲਖਾ ਸਿੰਘ ਸਾਡੇ ਸਮਾਜ ਨੂੰ, ਸਾਡੇ ਸੂਬੇ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਹੈ। ਬਹੁਤ ਅਵਾਰਡ ਜਿੱਤੇ। ਉਹਨਾਂ ਦੀ ਵੀ ਤੁਸੀਂ ਪੋਸਟ ਪਾਈ ਕਿ ਮਿਲਖਾ ਸਿੰਘ ਤੰਦਰੁਸਤ ਹੋਣ। ਸਾਰਾ ਪੰਜਾਬ ਅਰਦਾਸ ਕਰਦਾ, ਸਾਰਾ ਭਾਰਤ ਅਰਦਾਸ ਕਰਦਾ ਕਿ ਮਿਲਖਾ ਸਿੰਘ ਹੋਣੀ ਤੰਦਰੁਸਤ ਹੋਣ। ਦੂਜੇ ਪਾਸੇ ਸਾਰ ਬਲਬੀਰ ਸਿੰਘ ਪਦਮ ਸ਼੍ਰੀ, ਉਹਨਾਂ ਦੀ ਤੁਸੀਂ ਪੋਸਟ ਪਾਈ ਹੈ। ਮਜ਼ਾ ਤੇ ਤਾਂ ਸੀਗਾ ਇਸ ਬੱਚੇ ਨੇ ਜਿਹੜੇ ਨੇ ਸੁਸਾਈਡ ਕੀਤਾ, ਇਹਦੀ ਵੀ ਪੋਸਟ ਆਪਣੀ ਫੇਸਬੁੱਕ ਦੇ ਉੱਤੇ ਪੋਸਟ ਕਰਦੇ ਔਰ ਤੁਸੀਂ ਇਸ ਗੱਲ ਦਾ ਪਛਤਾਵਾ ਕਰਦੇ। ਪਰ ਨਹੀਂ, ਤੁਸੀਂ ਪਾ ਹੀ ਨਹੀਂ ਸਕਦੇ। ਇੰਨਾ ਸੋਸ਼ਲ ਮੀਡੀਆ ਤੇ ਮੁੱਦਾ ਉੱਠਿਆ, ਇੰਨਾ ਅਖਬਾਰਾਂ 'ਚ ਆਇਆ, ਤੁਹਾਡੇ ਮੂੰਹ 'ਚੋਂ ਇੱਕ ਲਫ਼ਜ਼ ਨਹੀਂ ਇਸ ਪਰਿਵਾਰ ਨਾਲ ਕੋਈ ਹਮਦਰਦੀ ਨਹੀਂ, ਕੁਛ ਉਹਨਾਂ ਨੂੰ ਫੋਨ ਕਾਲ ਨਹੀਂ, ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਹਾਡੀਆਂ ਗਲਤ ਨੀਤੀਆਂ ਦੇ ਨਾਲ, ਤੁਹਾਡੀਆਂ ਗਲਤੀਆਂ ਦੇ ਕਰਕੇ ਉਸ ਬੱਚੇ ਦੀ ਮੌਤ ਹੋਈ ਹੈ। ਤੁਸੀਂ ਕਿਹੜੇ ਮੂੰਹ ਦੇ ਨਾਲ ਉਹ ਪੋਸਟ ਪਾ ਸਕਦੇ ਹੋ। ਮੈਂ ਤੁਹਾਨੂੰ ਅਪੀਲ ਕਰਦਾ ਕੈਪਟਨ ਅਮਰਿੰਦਰ ਸਿੰਘ ਜੀ ਕਿ ਜਿਮ ਵਾਲਾ ਬੰਦਾ ਆਪਣੀ ਸਿਹਤ ਨੂੰ ਬਹੁਤ ਪਿਆਰ ਕਰਦਾ ਹੈ, ਸਭ ਤੋਂ ਵੱਧ ਜਿਹੜੇ ਰੂਲ ਉਹ ਫੋਲੋ ਕਰਦਾ ਆਪਣੀ ਸਿਹਤ ਦੇ ਸੰਬੰਧੀ, ਜਿਮ ਖੋਲਣ ਦੀ ਇਜਾਜ਼ਤ ਦਿਓ। ਕੋਈ ਇੱਕ ਵੀ ਕੇਸ ਪੂਰੇ ਪੰਜਾਬ 'ਚ
ਪੂਰੇ ਭਾਰਤ 'ਚ ਕੋਈ ਇੱਕ ਵੀ ਕੇਸ ਮੈਨੂੰ ਦੱਸ ਦਿਓ ਜਿਹੜਾ ਜਿਮ 'ਚ ਐਕਸਰਸਾਈਜ਼ ਕਰਦਿਆਂ ਬਾਹਰ ਆਇਆ ਹੋਵੇ ਜਾਂ ਜਿਮ ਰਾਹੀਂ ਕਰੋਨਾ ਫੈਲਿਆ ਹੋਵੇ ਜਾਂ ਫਿਰ ਦੂਜਾ ਤਰੀਕਾ ਮੈਂ ਨਾ ਜਿਮ ਵਾਲਿਆਂ ਨੂੰ ਸਲਾਹ ਦਿੱਤੀ ਹੈ ਕਿ ਜਿਮ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਰੱਖ ਲਓ, ਨਾਲ ਸ਼ਰਾਬ ਦੇ ਕਾਊਂਟਰ ਖੋਲ ਲਓ, ਫਿਰ ਸ਼ਾਇਦ ਸਰਕਾਰ ਤੁਹਾਨੂੰ ਇਜਾਜ਼ਤ ਦੇ ਦੇਵੇ ਵੀ ਇਹ ਜਿਮ ਚਲਾ ਲਓ ਆਪਣੇ। ਤੁਸੀਂ ਦੇਖੋ ਹਾਲਾਤ ਕੀ, ਕਿਤੇ ਜ਼ਮੀਨੀ ਹਕੀਕਤ ਤੋਂ ਤੁਸੀਂ ਜਾਣੂ ਕਿਉਂ ਨਹੀਂ? ਤੁਹਾਨੂੰ ਪਤਾ ਹੁੰਦਿਆਂ ਵੀ ਤੁਸੀਂ ਇਹਦੇ ਤੇ ਕਾਰਵਾਈ ਨਹੀਂ ਕਰ ਰਹੇ। 20 ਫੁੱਟ ਦੀ ਇੱਕ ਬੱਸ ਹੁੰਦੀ ਹੈ, 20 ਫੁੱਟ ਦੀ, 20 ਫੁੱਟ ਬਾਈ 7-8 ਫੁੱਟ ਹੈ, ਉਹਦੇ ਵਿੱਚ 50 ਬੰਦੇ ਬਹਿੰਦੇ ਨੇ, ਸਾਰੀਆਂ ਸਵਾਰੀਆਂ, ਕਿਉਂਕਿ ਪੋਲੀਟੀਸ਼ੀਅਨ ਦੀਆਂ ਨੇ ਸਾਰੀਆਂ ਹੀ, ਸਾਰੇ ਬੰਦੇ ਉਹਦੇ 'ਚ ਬੈਠੇ ਹੁੰਦੇ ਨੇ। ਮੇਰਾ ਨਹੀਂ ਖਿਆਲ ਬਹੁਤੇ ਬੰਦਿਆਂ ਮਾਸਕ ਵੀ ਲਾਏ ਹੁੰਦੇ ਆ। 50 ਫੁੱਟ ਲੰਬਾ ਜਹਾਜ਼ ਹੈ, 200 ਤੋਂ 300 ਬੰਦਾ ਉਹਦੇ ਵਿੱਚ ਬਹਿੰਦਾ। ਫਿਰ ਐਡਾ ਵੱਡਾ ਹਾਲ ਹੈ, ਉਹਦੇ ਵਿੱਚ ਜਿਮ ਦੇ ਵਿੱਚ 10 ਬੰਦੇ ਐਕਸਰਸਾਈਜ਼ ਨਹੀਂ ਲਾ ਸਕਦੇ। ਉਹ ਵਾਰੀ-ਵਾਰੀ ਜਿਹੜਾ ਬੰਦਾ ਜਿਮ ਨੂੰ ਪਿਆਰ ਕਰਦਾ ਉਹਨੇ ਆਪਣੀ ਟਾਈਮ ਕੱਢ ਕੇ ਜਿਮ ਚਲੇ ਜਾਣਾ। 10 ਬੰਦੇ 9 ਵਜੇ ਆ ਜਾਣਗੇ, 10 11 ਵਜੇ ਆ ਜਾਣਗੇ, 10 12 ਵਜੇ ਆ ਜਾਣਗੇ। ਨਾ ਇਹਨਾਂ ਨੂੰ ਬੰਦ ਕਰੋ, ਤੇ ਜੇ ਬੰਦ ਕਰਨਾ ਸੀ ਤੇ ਵੱਡੇ ਲੋਕਾਂ ਨੂੰ ਵੀ ਹੱਥ ਪਾ ਕੇ ਵਿਖਾਉਂਦੇ। ਇਹਨਾਂ ਟਰਾਂਸਪੋਰਟਰਾਂ ਨੂੰ, ਇਹਨਾਂ ਸ਼ਰਾਬ ਵਾਲਿਆਂ ਨੂੰ, ਇਹਨਾਂ ਵੱਡੇ ਫੈਕਟਰੀਜ਼ ਵਾਲਿਆਂ ਨੂੰ ਜਿਹੜੇ ਫੰਡ ਦਿੰਦੇ ਨੇ ਕਿ ਗਰੀਬ ਲਹਿਰੋਂ पे ਬਿਠਾਏ ਜਾਤੇ हैं पहरे और समंदरों की तलाशी कोई नहीं लेता। ਸੋ ਮੇਰੀ ਬੇਨਤੀ ਹੈ ਕਿ ਜਿਮ ਵਾਲੇ ਲੋਕ ਜਿਹੜੇ ਆਪਣੇ ਸਰੀਰਕ ਪੱਖੋਂ ਤੰਦਰੁਸਤ ਰਹਿਣਾ ਚਾਹੁੰਦੇ ਨੇ, ਸਾਡੇ ਸਮਾਜ ਨੂੰ ਇਹਨਾਂ ਦੀ ਦੇਣ ਹੈ। ਇਹਨਾਂ ਕਈ ਬੱਚੇ ਹੋਰ ਤੰਦਰੁਸਤ ਬਣਾਉਣੇ ਨੇ। ਇਹਨਾਂ ਲੋਕਾਂ ਨੂੰ ਇਜਾਜ਼ਤ ਦਿੱਤੀ ਜਾਵੇ ਜਿਮ ਖੋਲਣ ਦੀ। ਉਸ ਪਰਿਵਾਰ ਦੇ ਹਾਲਾਤ ਵੇਖ ਕੇ ਮੈਂ ਉਹਨਾਂ ਨਾਲ ਗੱਲ ਕੀਤੀ ਹੈ ਕਿ ਉਹਦਾ ਬੱਚਾ 3rd ਕਲਾਸ ਦੇ ਵਿੱਚ ਪੜ੍ਹਦਾ ਤੇ 3ਜੀ ਕਲਾਸ ਦੀ ਐਡਮਿਸ਼ਨ ਫੀਸ ਨਹੀਂ ਦਿੱਤੀ ਗਈ 7200 ਰੁਪਇਆ। ਕੀ ਉਸ ਬੱਚੇ ਦੇ ਮਨ ਦੇ ਉੱਤੇ ਬੀਤ ਰਹੀ ਹੋਊਗੀ? ਮੈਂ ਫੋਕੀਆਂ ਗੱਲਾਂ ਨਹੀਂ ਕਰ ਰਿਹਾ, ਮੈਂ ਜਿੰਨੇ ਜੋਗਾ ਵੀ ਹੋ ਗਿਆ। ਅੱਜ ਮੈਂ ਉਸ ਪਰਿਵਾਰ ਨੂੰ ਕਹਿ ਕੇ ਆਇਆ ਕਿ ਜੋ ਇਹਦੀ ਐਡਮਿਸ਼ਨ ਫੀਸ ਹੈ ਉਹ ਚੰਗੇ ਸਕੂਲ 'ਚ ਪੜ੍ਹਦਾ, ਕੋਈ ਇੱਥੇ ਗ੍ਰੀਨਲੈਂਡ ਸਕੂਲ ਹੈ। ਮੈਂ ਉਹਦੇ ਜਿਹੜੇ ਪ੍ਰਿੰਸੀਪਲ ਨੇ ਜਾਂ ਜਿਹੜੇ ਮਾਲਕ ਨੇ ਉਹਨਾਂ ਨੂੰ ਅਪੀਲ ਕਰੂੰਗਾ ਕਿ ਇਸ ਬੱਚੇ ਦੀ ਜਿਹੜੀ ਪੜ੍ਹਾਈ ਦਾ ਉਹ 10ਵੀਂ 12ਵੀਂ ਤੱਕ ਜੇ ਉਹ ਛੋਟ ਦੇ ਦੇਣ ਕਿਸੇ ਕੈਟਾਗਰੀ ਦੇ ਵਿੱਚ, ਤੇ ਇਸ ਬੱਚੇ ਦੀ ਪੜ੍ਹਾਈ ਜਿਹੜੀ ਮੁਕੰਮਲ ਕੀਤੀ ਜਾਵੇ। ਤੇ ਜੇ ਨਹੀਂ ਕਰਨਗੇ ਤੇ 10ਵੀਂ 12ਵੀਂ ਤੱਕ ਮੈਂ ਆਪਣੇ ਕਿਸੇ ਸੱਜਣਾ ਮਿੱਤਰਾਂ ਸਾਥੀਆਂ ਨੂੰ ਕਹਿ ਕੇ ਆਪਣੇ ਦੋਸਤਾਂ ਨੂੰ ਜਾਂ ਆਪਣੇ ਵੱਲੋਂ ਪੂਰੇ 10 ਸਾਲਾਂ ਦੀ ਉਹਦੀ ਮੈਂ ਫੀਸ ਜਮ੍ਹਾਂ ਕਰਾ ਦੂੰਗਾ। ਪੜ੍ਹਾਈ ਤੋਂ ਨਹੀਂ ਇੰਨੇ ਕੁ ਜੋਗਾ ਹੈਗਾ, ਇਹ ਮੈਂ ਜ਼ਰੂਰ ਕਰੂੰਗਾ। ਪਰ ਤੁਹਾਡਾ ਵੀ ਫਰਜ਼ ਬਣਦਾ ਕੈਪਟਨ ਅਮਰਿੰਦਰ ਸਿੰਘ, ਮੈਨੂੰ ਨਾ ਕਰਨਾ ਪਵੇ ਤੇ ਤੁਸੀਂ ਸਰਕਾਰੀ ਫਰਜ਼ ਨਿਭਾਉਂਦੇ ਹੋਏ ਉਸ ਪਰਿਵਾਰ ਦੇ ਖਰਚੇ, ਉਸ ਬੱਚੇ ਦੇ ਖਰਚੇ, ਉਹਦੀ ਪੜ੍ਹਾਈ ਦਾ ਇੰਤਜ਼ਾਮ, ਉਹ ਲੜਕੀ ਵਿਚਾਰੀ ਜਿਹਨੇ ਜਵਾਨੀ 'ਚ ਆਪਣਾ ਪਤੀ ਖੋਲਿਆ, ਉਹ ਬੱਚੇ ਨੇ ਆਪਣਾ ਬਾਪ ਖੋਲਿਆ, ਉਹਦੇ ਪ੍ਰਤੀ ਸਟੇਟ ਦੇ ਫਾਦਰ ਹੋ ਤੁਸੀਂ, ਫਾਦਰ ਆਫ ਸਟੇਟ ਹੋ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਉਸ ਪਰਿਵਾਰ ਦਾ ਹਾਲ ਪੁੱਛੋ। ਬੱਚੇ ਨੇ ਕਾਰੋਬਾਰ ਸੈੱਟ ਕੀਤਾ ਸੀਗਾ, ਉਹਨੂੰ ਮੌਤ ਦੇ ਮੂੰਹ 'ਚ ਚਲੇ ਜਾਣਾ ਪਿਆ। ਉਹਦੀ ਬਾਤ ਪੁੱਛੋ, ਉਹਦੀ ਸਾਰ ਲਓ। ਆਪਣੇ ਲੀਡਰਸ ਨੂੰ ਉਹਦੇ ਘਰ ਭੇਜੋ, ਆਪਣੇ ਡੀਸੀ ਨੂੰ ਉਹਦੇ ਘਰ ਭੇਜੋ। ਕੋਈ ਵੱਡਾ ਲੰਬਾ ਚੌੜਾ ਮਸਲਾ ਨਹੀਂ ਹੈ, ਉਹਦੇ ਘਰ ਦੇ ਨਾਲ ਗੱਲਬਾਤ ਕਰਕੇ ਉਹਦਾ ਬੱਚਾ ਨਹੀਂ ਵਾਪਸ ਆ ਸਕਦਾ, ਪਰ ਉਹਦੇ ਹਾਲਾਤਾਂ ਦੇ ਉੱਤੇ ਗੌਰ ਜ਼ਰੂਰ ਫਰਮਾਇਆ ਜਾ ਸਕਦਾ, ਉਹਦੇ ਕਿਤੇ ਸਹਾਰਾ ਜ਼ਰੂਰ ਬਣਿਆ ਜਾ ਸਕਦਾ ਸਰਕਾਰ ਵੱਲੋਂ। ਮੈਂ ਫਿਰ ਕਹਿਣਾ, ਜੇ ਤੁਸੀਂ ਨਹੀਂ ਕਰੋਗੇ, ਮੈਂ ਜਿੰਨੇ ਜੋਗਾ ਹੈਗਾ, ਜੋ ਮੇਰੇ ਕੋ ਹੈਸੀਅਤ ਹੋਈ ਜਾਂ ਜੋ ਮੇਰੀ ਟੀਮ ਕੋ ਹੈਸੀਅਤ ਹੋਈ, ਅਸੀਂ ਆਪਣਾ ਜਿਹੜਾ ਤਿਲ ਫੁੱਲਿਆ ਉਹ ਜ਼ਰੂਰ ਦਵਾਂਗੇ। ਫਿਰ ਮੇਰੀ ਅਖੀਰ 'ਚ ਬੇਨਤੀ ਹੈ ਤੁਹਾਨੂੰ ਕਿ ਕਿਰਪਾ ਕਰਕੇ ਇਹਨਾਂ ਜਿਮ ਨੂੰ ਖੋਲਣ ਦੀ ਇਜਾਜ਼ਤ ਦਿੱਤੀ ਜਾਵੇ। ਤੁਹਾਡੀ ਬਹੁਤ ਮਿਹਰਬਾਨੀ ਹੋਊਗੀ।